ਹਾਂਜੀ ਕਾਨਪੁਰ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਸਿੱਖ ਵੀਰਾਂ ਭੈਣਾਂ ਨੂੰ ਦਾਸ ਕਵਲਪਾਲ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਦੀ ਅਖਬਾਰ ਵਿੱਚ ਇੱਕ ਨਿਊਜ਼ ਛਪੀ ਸੀ ਜਿਸ ਵਿੱਚ ਐਸਾ ਲਿਖਿਆ ਸੀ ਕਿ ਕੁਝ ਭੈਣਾਂ ਨੇ ਕੁਝ ਵੀਰਾਂ ਨੂੰ ਰੱਖੜੀ ਜਿਹੜੀ ਆ ਰਹੀ ਹੈ ਉਸ ਦਿਨ ਤੱਕ ਕੁਝ ਸਿਮਰਨ ਦੀਆਂ ਮਾਲਾਵਾਂ ਹੱਥ ਵਿੱਚ ਬਣਨੀਆਂ ਨੇ ਤੇ ਉਸ ਵਿੱਚ ਖਾਸ ਨੋਟ ਕਰਨ ਵਾਲੀ ਗੱਲ ਸੀ ਕਿ ਉਸ ਨਿਊਜ਼ ਦੇ ਅੱਗੇ ਮੇਰੇ ਭੈਣ ਜੀ ਦਾ ਨਾਮ ਲਿਖਿਆ ਸੀ ਤੇ ਉਸ ਵਿੱਚ ਜਦੋਂ ਮੈਂ ਆਪਣੇ ਉਹ ਸਾਰੀ ਫੋਟੋ ਆਪਣੀ ਭੈਣ ਜੀ ਨੂੰ ਭੇਜੀਆਂ ਕਿ ਬਈ ਇਹ ਆਪ ਜੀ ਦਾ ਬਿਆਨ ਹੈ ਤਾਂ ਉਹਨਾਂ ਨੇ ਕਿਹਾ ਨਹੀਂ ਇਹ ਮੇਰਾ ਬਿਆਨ ਨਹੀਂ ਹੈ। ਖੈਰ ਉਹਨਾਂ ਨੇ ਕੀ ਕਿਹਾ ਉਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। गुरु प्यारी साध संगत जी, वाहिगुरू जी का खालसा वाहिगुरू जी की फतेह। मेरा नाम जसवीर कौर रितु है। आज सवेरे कुछ समाचार पत्रों ਵਿੱਚ ਮੇਰੇ ਦੁਆਰਾ ਦਿੱਤੇ ਗਏ ਸਟੇਟਮੈਂਟ ਨੂੰ ਮੈਂ ਪੂਰੀ ਤਰ੍ਹਾਂ ਰੱਦ ਕਰਦੀ ਹਾਂ ਕਿਉਂਕਿ ਇਹ ਸਟੇਟਮੈਂਟ ਮੇਰੇ ਵੱਲੋਂ ਨਹੀਂ ਦਿੱਤੇ ਗਏ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਸਾਡਾ ਰਕਸ਼ਕ ਇੱਕ ਤੇ ਇੱਕ ਅਕਾਲ ਪੁਰਖ ਹੈ। ਅਸੀਂ ਉਸ ਅਕਾਲ ਪੁਰਖ ਦੀ ਹੀ ਓਟ ਲੈਣੀ ਹੈ ਅਤੇ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਪੈਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਇਹ ਸਟੇਟਮੈਂਟ ਦਰਜ ਕਰਾਏ ਨੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਅਸੀਂ ਭਵਿੱਖ ਵਿੱਚ ਐਸਾ ਕੋਈ ਕੰਮ ਨਹੀਂ ਕਰਾਂਗੇ ਜਿੱਥੇ ਇਹ ਸਭ ਕੰਮ ਕੀਤੇ ਜਾਣ। ਸਾਡਾ ਕੰਮ ਹੈ ਕੀਰਤਨ ਕਰਨਾ ਅਤੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੇ ਤੁਸੀਂ ਸੁਣਿਆ ਕਿ ਭੈਣ ਜੀ ਕਹਿ ਰਹੇ ਨੇ ਕਿ ਅਸੀਂ ਲੋਕਾਂ ਨੂੰ ਕੀਰਤਨ ਨਾਲ ਤੇ ਨਾਮ ਬਾਣੀ ਨਾਲ ਜੋੜਦੇ ਹਾਂ ਤੇ ਜਿਹੜੀਆਂ ਵੀ ਭੈਣਾਂ ਨੇ ਸਾਰੀਆਂ ਹੀ ਮੇਰੀਆਂ ਭੈਣਾਂ ਨੇ। ਇੱਕ ਮੇਰੇ ਰੀਅਲ ਸਿਸਟਰ ਨੇ ਤੇ ਬਾਕੀ ਸਾਰੀਆਂ ਮੇਰੀਆਂ ਭੈਣਾਂ ਹੀ ਹਨ ਔਰ ਸਾਰੀਆਂ ਹੀ ਵਾਕਿਆ ਪਿਛਲੇ ਲੰਮੇ ਸਮੇਂ ਤੋਂ ਕੀਰਤਨ ਨਾਲ ਗੁਰਬਾਣੀ ਨਾਲ ਸਾਰਿਆਂ ਨੂੰ ਜੋੜ ਰਹੀਆਂ ਹਨ। ਪਰ ਇੱਥੇ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਇਹਨਾਂ ਦੀ ਮੂਵਮੈਂਟ ਡੇ ਬਾਈ ਡੇ ਐਸੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਮੈਨੂੰ ਲਿਖਣਾ ਪੈ ਗਿਆ ਕਿ ਇਹ ਜੱਥਾ ਜਿਹੜਾ ਹੈ ਉਹ ਗੁਰਮਤ ਵਿਰੋਧੀ ਹੋ ਚੁੱਕਾ ਹੈ। ਭਾਵ ਉਹ ਇਸੇ ਹੱਥਾਂ ਵਿੱਚ ਪੈ ਗਿਆ ਹੈ ਜੋ ਚਾਹੁੰਦੇ ਨਾ ਚਾਹੁੰਦੇ ਹੋਏ ਇਹਨਾਂ ਕੋਲ ਗੁਰਮਤ ਵਿਰੋਧੀ ਕੰਮ ਕਰਾ ਰਹੇ ਹਨ। ਪਿਛਲੇ ਦਿਨਾਂ ਦੀ ਗੱਲ ਹੈ, ਕੁਝ ਸਮੇਂ ਪਹਿਲੇ ਇਹਨਾਂ ਕੁਝ ਐਸੇ ਸ਼ਬਦ ਲਿਖ ਕੇ ਇੱਕ ਇਸ਼ਤਿਹਾਰ ਤੇ ਖੰਡੇ ਦਾ ਡਿਜ਼ਾਈਨ ਬਿਲਕੁਲ ਬਦਲਤਾ ਜੋ ਐਕਚੁਅਲੀ ਸਿੱਖੀ ਨਿਸ਼ਾਨ ਹੈ। ਖੰਡਾ ਜੋ ਸਾਡੇ ਨਿਸ਼ਾਨ ਸਾਹਿਬ ਤੇ ਹੁੰਦਾ ਹੈ, ਜੋ ਸਾਡੇ ਗੁਰਦੁਆਰਿਆਂ ਵਿੱਚ ਵੀ ਕਈ ਥਾਵਾਂ ਤੇ ਲੱਗਿਆ ਹੁੰਦਾ ਹੈ, ਜੋ ਸਾਡੇ ਘਰਾਂ ਵਿੱਚ ਕਈ ਅਸਥਾਨਾਂ ਤੇ ਲੱਗਿਆ ਹੁੰਦਾ ਹੈ, ਉਹ ਇੱਕ ਨਿਸ਼ਾਨ ਹੈ। ਉਸ ਨਿਸ਼ਾਨ ਨੂੰ ਵਿਗਾੜਿਆ ਗਿਆ ਸੀ ਤੇ ਜਦੋਂ ਸਾਡੇ ਇੱਕ ਵੀਰ ਵੱਲੋਂ ਇਹਨਾਂ ਭੈਣਾਂ ਨਾਲ ਗੱਲਬਾਤ ਹੋਈ ਤੇ ਇਹਨਾਂ ਨੇ ਕਿਹਾ ਕਿ ਹਾਂ ਜੀ ਉਹ ਚਲੋ ਗਲਤੀ ਹੋ ਗਈ, ਅਸੀਂ ਇਹਨੂੰ ਠੀਕ ਕਰ ਦਿੰਦੇ ਹਾਂ। ਫਿਰ ਉਸ ਵਿੱਚ ਜੋ ਸ਼ਬਦ ਲਿਖੇ ਸਨ ਇਹਨਾਂ ਨੇ ਉਹ ਸ਼ਬਦ ਵੀ ਵਾਪਸ ਲਏ ਤੇ ਇਹਨਾਂ ਭੈਣਾਂ ਦੀ ਇਹ ਬਹਾਦਰੀ ਸੀ, ਮੈਂ ਬਹਾਦਰੀ ਕਹਾਂਗਾ ਜੇ ਕੋਈ ਗਲਤੀ ਹੋਈ ਤਾਂ ਉਸਨੂੰ ਐਕਸੈਪਟ ਕਰ ਲਿਆ ਤੇ ਉਸਨੂੰ ਐਕਸੈਪਟ ਕਰਨ ਦੇ ਬਾਅਦ ਇਹਨਾਂ ਨੇ ਵਾਪਸ ਲੈ ਲਿਆ। ਤੇ ਜਦੋਂ ਅੱਜ ਵਾਲੀ ਮੈਂ ਨਿਊਜ਼ ਪੜ੍ਹੀ ਤੇ ਬੜੀ ਹੈਰਾਨੀ ਹੋਈ ਕਿ ਇਹ ਭੈਣਾਂ ਤੇ ਪਿਛਲੇ ਲੰਮੇ ਸਮੇਂ ਤੋਂ ਕੀਰਤਨ ਕਰ ਰਹੀਆਂ ਹਨ ਕਿ ਇਹਨਾਂ ਨੂੰ ਨਹੀਂ ਪਤਾ ਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਇਹ ਤੇ ਔਰਤ ਮਰਦ ਦਾ ਸਾਜੇ, ਇਹ ਸਭ ਰੂਪ ਤੁਮਾਰੇ, ਸਾਰੇ ਹੀ ਰੂਪ ਉਸ ਅਕਾਲ ਪੁਰਖ ਦੇ ਨੇ। ਤੇ ਫਿਰ ਭੈਣਾਂ ਦਾ ਭਰਾਵਾਂ ਨੂੰ, ਸਿਰਫ ਭਰਾਵਾਂ ਨੂੰ, ਉਹ ਵੀ ਕਿਸੇ ਵੀਰ ਭੈਣ ਦਾ ਕੋਈ ਖਾਸ ਤਿਉਹਾਰ ਆ ਰਿਹਾ ਹੈ ਉਸ ਤਿਉਹਾਰ ਨੂੰ ਛੇੜਨ ਵਾਸਤੇ ਜਾਂ ਉਸ ਦੀ ਨਕਲ ਕਰਨ ਵਾਸਤੇ ਸਿਰਫ ਭਰਾਵਾਂ ਨੂੰ ਸਿਮਰਨਾ ਦੇਣਾ। ਫਿਰ ਮਾਲਾ ਦਾ ਵੀ ਜ਼ਿਕਰ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਮਾਲਾ ਤੂੰ ਲੋਕਾਂ ਨੂੰ ਦਿਖਾਉਣ ਵਾਸਤੇ ਪਾਈ ਹੋਈ ਹੈ, ਇਹ ਲੋਕਾਂ ਨੂੰ ਕਿਉਂ ਦਿਖਾ ਰਿਹਾ ਹੈ? ਹਿਰਦੇ ਰਾਮ ਨਾ ਚੇਤਈ, ਇਹ ਜਪਨੀ ਕਿਆ ਹੋਏ? ਜਿਸ ਦੇ ਹਿਰਦੇ ਵਿੱਚ ਹੀ ਸੱਚ ਨਹੀਂ ਵਸਿਆ, ਜਿਸ ਦੇ ਹਿਰਦੇ ਵਿੱਚ ਹੀ ਉਹ ਪ੍ਰਭੂ ਨਹੀਂ ਵਸਿਆ, ਉਸ ਦੇ ਵਾਸਤੇ ਮਾਲਾ ਕਿਸ ਕੰਮ ਦੀ? ਮਾਲਾ ਵਿੱਚ ਵੀ ਸਪਸ਼ਟ ਜ਼ਿਕਰ ਹੈ। ਤੇ ਦੂਜੀ ਗੱਲ, ਜੇ ਕਿਸੇ ਰਾਖੀ ਦੀ ਗੱਲ ਆਉਂਦੀ ਹੈ ਤੇ ਰਾਖਾ ਤੇ ਇੱਕ ਅਕਾਲ ਪੁਰਖ ਹੈ, ਜਿਵੇਂ ਭੈਣ ਜਸਵੀਰ ਕੌਰ ਜੀ ਨੇ ਵੀ ਦੱਸਿਆ, ਰਾਖਾ ਇੱਕ ਹਮਾਰਾ ਸਵਾਮੀ। ਇਹ ਗੁਰਮਤ ਤੋਂ ਉਲਟ ਕੌਣ ਮਤ ਦੇ ਰਿਹਾ ਹੈ? ਉਹ ਅਖਬਾਰ ਵਿੱਚ ਕਿਸੇ ਪੰਜਾਬ ਦੇ ਗੁਰਸ਼ਰਨ ਜੀ ਦਾ ਵੀ ਨਾਮ ਸੀ। ਗੁਰਸ਼ਰਨ ਜੀ ਕੌਣ ਨੇ ਜਿਨ੍ਹਾਂ ਨੂੰ ਹੁਣੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਨਹੀਂ ਆਈ ਕਿ ਸਿਮਰਨਾ ਕੀ ਹੈ? ਕੰਠੇ ਮਾਲਾ ਜੀਵਾ ਰਾਮ। ਜਦੋਂ ਅਸੀਂ ਆਪਣੇ ਹਿਰਦੇ ਨੂੰ, ਆਪਣੇ ਗਲੇ ਨੂੰ, ਆਪਣੇ ਹਿਰਦੇ ਨੂੰ ਮਾਲਾ ਬਣਾ ਲੈਂਦੇ ਹਾਂ, ਹਰ ਵਕਤ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ। ਸਿਮਰਨ ਦਾ ਅਰਥ ਯਾਦ ਹੈ ਨਾ।
ਸੋ ਮੇਰੀਆਂ ਭੈਣੋਂ ਬੇਨਤੀ ਹੈ, ਆਪ ਜੀ ਬਹੁਤ ਸੁਚੱਜਾ ਕੰਮ ਕਰ ਰਹੇ ਹੋ, ਸਾਰੇ ਬਹੁਤ ਸੁਚੱਜਾ ਕੰਮ ਕਰ ਰਹੇ ਹੋ, ਕੋਈ ਵੀ ਵੀਰ ਭੈਣ ਗਲਤ ਨਹੀਂ ਕਰਦਾ, ਪਰ ਜੋ ਚੀਜ਼ ਕਿਧਰੋਂ ਦੀ ਆਂਦੀ ਹੈ ਉਹਨੂੰ ਐਜ਼ ਇਟ ਇਜ਼ ਐਕਸੈਪਟ ਨਾ ਕਰ ਲਿਆ ਕਰੋ। ਕੌਣ ਹੈ ਉਹ ਗੁਰਸ਼ਰਨ? ਮੈਨੂੰ ਨਹੀਂ ਪਤਾ ਕਿ ਲੁਧਿਆਣੇ ਵਾਲੇ ਭਾਈ ਸਾਹਿਬ ਦੀ ਗੱਲ ਹੋ ਰਹੀ ਹੈ। ਜੇ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਦੀ ਗੱਲ ਹੋ ਰਹੀ ਹੈ ਤਾਂ ਕੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਗੁਰੂ ਤੋਂ ਵੱਡੇ ਨੇ? ਸਾਡੀ ਗੁਰਮਤਿ ਸਾਨੂੰ ਸਿੰਪਲ ਜੀਉਣਾ ਸਿਖਾਉਂਦੀ ਹੈ। ਅਸੀਂ ਆਪਣੇ ਜੀਵਨ ਵਿੱਚ ਜਦੋਂ ਕਿਸੇ ਨਾਲ ਕੋਈ ਵਿਹਾਰ ਕਰਦੇ ਹਾਂ ਤੇ ਸਾਡੇ ਮਨ ਵਿੱਚ ਵਾਹਿਗੁਰੂ ਵਸਿਆ ਹੁੰਦਾ ਹੈ ਕਿ ਨਹੀਂ ਵਸਿਆ ਹੁੰਦਾ? ਜਾਂ ਅਸੀਂ ਪੇਪਰਾਂ ਵਿੱਚ ਝੂਠ ਦਾ ਪ੍ਰਚਾਰ ਕਰਦੇ ਹਾਂ? ਕਿਸੇ ਵਿਅਕਤੀ ਦੇ ਨਾਮ ਤੋਂ ਜਿਸ ਬੰਦੇ ਨੇ ਸਟੇਟਮੈਂਟ ਹੀ ਨਹੀਂ ਦਿੱਤਾ ਉਸ ਬੰਦੇ ਦਾ ਸਟੇਟਮੈਂਟ ਲਗਵਾ ਲੈਂਦੇ ਹਾਂ ਕਿ ਇਹ ਜੀਵਨ ਹੈ, ਸਿੱਖਾਂ ਦਾ ਇਹ ਜੀਵਨ ਹੋਣਾ ਚਾਹੀਦਾ ਹੈ ਕਿ ਹੱਥ ਵਿੱਚ ਮਾਲਾ ਵੀ ਫੜੀ ਹੋਈ ਹੈ ਤੇ ਸੱਚ ਬੋਲਣ ਦੀ ਹਿੰਮਤ ਵੀ ਨਹੀਂ ਹੈ। ਇਹਨਾਂ ਬਾਰੇ ਭਗਤ ਕਬੀਰ ਜੀ ਬੜੇ ਸੁਚੇਤ ਸਨ। ਉਹ ਕਹਿੰਦੇ ਸਨ, ਗੱਜ ਸਾਡੇ ਤਹਿ ਤਹਿ ਧੋਤੀਆਂ ਤੇਰਨ ਪਾਇਨ ਤੱਕ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਉਹ ਧਰਮ ਦੀ ਦੁਨੀਆ ਦੇ ਠੱਗ ਨੇ, ਉਹ ਧਰਮ ਦੀ ਦੁਨੀਆ ਦੇ ਠੱਗ ਨੇ। ਇਹਨਾਂ ਠੱਗਾਂ ਤੋਂ ਸੁਚੇਤ ਰਹੋ। ਜਿਸ ਤਰ੍ਹਾਂ ਭੈਣ ਨੇ ਦੱਸਿਆ ਕਿ ਸਾਨੂੰ ਉੱਥੇ ਕੀਰਤਨ ਵਾਸਤੇ ਬੁਲਾਇਆ ਗਿਆ ਸੀ, ਇਹਦਾ ਮਤਲਬ ਹੈ ਬਹਿਰੂਪੀਆ ਹੈ ਜਿਹੜਾ ਬੁਲਾਉਂਦਾ ਕਿਸੇ ਹੋਰ ਕੰਮ ਵਾਸਤੇ ਹੈ, ਪਰ ਉਸਦੀ ਨੀਅਤ ਹੈ ਕਿ ਅਸੀਂ ਇਹਨਾਂ ਨੂੰ ਇਸ ਆਰੇ ਲਾ ਕੇ ਇਹਨਾਂ ਨੂੰ ਦਸੀਏ ਕਿ ਦੇਖੋ ਜੀ ਸਾਡੇ ਇਹ ਪੋਲੀਟੀਕਲ ਲਾਭ ਅਸੀਂ ਚੱਕ ਲਏ। ਇਹਨਾਂ ਪੋਲੀਟੀਕਲ ਬੰਦਿਆਂ ਸਮੇਤ ਅਸੀਂ ਸਾਰਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਅਸੀਂ ਇੱਕ ਦੇ ਹੋ ਕੇ ਰਹੀਏ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਈਏ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅਤੇ ਜੋ ਸਾਨੂੰ ਪੰਥਕ ਮਰਿਆਦਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦੀਆਂ ਹਨ ਉਹਨਾਂ ਨੂੰ ਮੰਨਣਾ ਹੈ ਭੈਣੋ। ਇਸ ਤੋਂ ਇਲਾਵਾ ਕਿਸੇ ਵੱਡੇ ਰਾਗੀ, ਗ੍ਰੰਥੀ, ਢਾਡੀ, ਕਿਸੇ ਕਵੀਸ਼ਰ, ਇਹ ਕੋਈ ਗੁਰੂ ਨਹੀਂ ਹੈ। ਜੋ ਗੁਰੂ ਦੀ ਬਾਣੀ ਕਹੇ, ਜਦੋਂ ਗੁਰੂ ਦੀ ਬਾਣੀ ਕਹਿੰਦੀ ਹੈ ਤਾਂ ਮੱਤ ਵਿੱਚ ਰਤਨ, ਜਵਾਹਰ, ਮਾਣਕ ਆਦਿ ਭਰ ਜਾਂਦੇ ਹਨ। ਅਸੀਂ ਪੜ੍ਹਦੇ ਹਾਂ ਰੋਜ਼ ਜਪਜੀ ਸਾਹਿਬ, ਮੱਤ ਵਿੱਚ ਰਤਨ, ਜਵਾਹਰ, ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ। ਇਹ ਸੱਚੇ ਪਾਤਸ਼ਾਹ ਸਿਰਫ ਇੱਕ ਬੁਝਾਰਤ ਬੁਝਾ ਦੇ। ਮੱਤ ਵਿੱਚ ਰਤਨ, ਜਵਾਹਰ, ਮਾਣਕ ਜੇ ਗੁਰੂ ਦੀ ਕੋਈ ਇੱਕ ਸਿੱਖ ਵੀ ਸੁਣ ਲੇ, ਕੋਈ ਇੱਕ ਸਿੱਖ ਵੀ ਸੁਣ ਲੇ, ਇੱਕ ਸਿੱਖਿਆ ਵੀ ਸਮਝ ਲੇ ਤਾਂ ਉਸ ਦੀ ਮੱਤ ਭਰ ਜਾਂਦੀ ਹੈ। ਜਵਾਹਰ ਰਤਨਾ ਪਾਓ ਸਤ ਸੰਤੋਖ ਦਇਆ ਧਰਮ ਧੀਰਜ ਆਦਿ ਨਾਲ। ਇਹ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਨੂੰ ਚੇਤੇ ਰੱਖਣਾ ਹੈ ਸਾਡਾ ਦਾਤਾ ਵੀ ਇੱਕ ਹੈ, ਸਾਡਾ ਗੁਰੂ ਵੀ ਇੱਕ ਹੈ। ਇਹਨਾਂ ਪਖੰਡਾਂ ਨਾਲ ਨਾ ਗੁਰੂ ਪਾਇਆ ਜਾਂਦਾ ਹੈ, ਨਾ ਉਹ ਅਕਾਲ ਪੁਰਖ ਪਾਇਆ ਜਾਂਦਾ ਹੈ। ਇਹਨਾਂ ਸ਼ਬਦਾਂ ਨਾਲ ਖੇਮਾ ਦਾ ਜੱਜ ਖਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।